जी जनाब, अपने सारे बालों ਨੂੰ ਭੇਜ ਕੇ ਅੱਲਾਹ ਤਾਲਾ ਉਹਨਾਂ ਨੂੰ ਆਪਣੇ ਜ਼ੁਬਾਨ 'ਚ ਰੱਖੇ। ਅੱਲਾਹ ਖੈਰ ਕਰੇ, ਅੱਲਾਹ ਸਭ ਪਰਦੇਸੀਆਂ ਦੀ ਖੈਰ ਕਰੇ, ਅੱਲਾਹ ਮੇਰੇ ਬੱਚਿਆਂ ਦੀ ਵੀ ਖੈਰ ਕਰੇ। ਤੇ ਮੈਂ ਕਿਹਾ ਕਿ ਹੁਣ ਮੈਂ ਹੋ ਗਈ ਹਾਂ ਵੇਲੀ, ਜ਼ਰਾ ਧਿਆਨ ਨਹੀਂ ਲੱਗਾ। ਤੇ ਅੱਜ ਮੈਂ ਬਣਾਉਣ ਲੱਗੀ ਜੀ ਕਰੇਲੇ, ਔਰ ਉਹ ਵੀ ਭਰ ਕੇ। ਔਰ ਮੈਂ ਤੁਹਾਨੂੰ ਬੜੀ ਯੂਨੀਕ ਜੀ ਰੈਸਪੀ ਦੇਵਾਂਗੀ। ਨਾ ਮੈਨੂੰ ਕੱਟ ਲਾਣਾ ਹੈ, ਨਾ ਮੈਂ ਧਾਗਾ ਲਪੇਟਣਾ ਹੈ, ਔਰ ਮੈਂ ਕਿਸ ਤੇਲ ਵਿੱਚ ਪਕਾ ਰਹੀ ਹਾਂ, ਕਿਸ ਬਰਤਨ ਵਿੱਚ ਪਕਾ ਰਹੀ ਹਾਂ। ਤੁਸੀਂ ਵੀਡੀਓ ਮੇਰੀ ਵੇਖੋਗੇ ਤਾਂ ਇਨਸ਼ਾਅੱਲਾ ਤੁਹਾਨੂੰ ਅੱਛੀ ਲੱਗੇਗੀ। ਤੇ ਚਲੋ ਆਓ ਚੱਲਦੇ ਹਾਂ। अस्सलाम वालेकुम, वेलकम बैक टू माई चैनल। जनाब की हाल चाल है ਤੁਹਾਡਾ? उम्मीद है कि ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਹੱਸਦੇ ਰਹੋ ਤੇ ਵਸਦੇ ਰਹੋ। ਦੁਆਵਾਂ 'ਚ ਮੈਨੂੰ ਵੀ ਯਾਦ ਰੱਖਿਓ। ਤੇ ਜੀ ਅੱਜ ਅਸੀਂ ਪਕਾਉਣ ਲੱਗੇ ਹਾਂ ਕਰੇਲੇ। ਔਰ ਕਰੇਲਾ ਲੈ ਕੇ ਤੁਸੀਂ ਨਾ ਪੀਲਰ ਨਾਲ ਜਾਂ ਛੁਰੀ ਨਾਲ ਹਲਕੇ ਹੱਥਾਂ ਨਾਲ ਇਹਦੇ ਛਿਲਕੇ ਥੋੜ੍ਹੇ ਥੋੜ੍ਹੇ ਲਾਣੇ ਨੇ। ਇਹ ਨਹੀਂ ਕਿ ਕੱਟ ਵੱਢ ਕੇ ਤੁਸੀਂ ਸਾਰੇ ਲਾ ਕੇ ਸੁੱਟ ਦੇਣਾ, ਇਹ ਗਲਤ ਹੈ, ਠੀਕ ਹੈ। ਕਿਉਂਕਿ ਕਰੇਲੇ ਜਿਹੜੇ ਨੇ ਬੜੀ ਅੱਛੀ ਸਬਜ਼ੀ ਹੈ, ਇਹਨੂੰ ਜ਼ਾਇਆ ਨਹੀਂ ਕਰਨਾ ਸੀ। ਔਰ ਇਹ ਛਿਲਕੇ ਜਿਹੜੇ ਲਾਏ ਉਹਨੂੰ ਇਸਤੇਮਾਲ ਕਰਾਂਗੇ। ਔਰ ਵੇਖੋ ਜੀ, ਇਹ ਕਰੇਲੇ ਜਿਹੜੇ ਨੇ ਮੈਂ ਇਸ ਤਰ੍ਹਾਂ ਹੀ ਹਲਕੇ ਹਲਕੇ ਛਿਲ ਕੇ ਨਾ ਉੱਤੋਂ, ਅਤੇ ਇਹਨਾਂ ਨੂੰ ਮੈਂ ਨਮਕ ਲਾ ਕੇ ਕੋਈ 1 ਘੰਟੇ ਵਾਸਤੇ ਰੱਖ ਛੜਿਆ ਜੇ। ਔਰ ਉਸ ਤੋਂ ਬਾਅਦ ਇਹ ਜਿਹੜੇ ਛਿਲਕੇ ਨੇ ਇਹਨਾਂ ਨੂੰ ਮੈਂ ਨਮਕ ਲਾਇਆ ਜੇ, ਯਾਨੀ ਕਿ ਲੂਣ ਲਾਇਆ ਹੈ। ਇਹਨਾਂ ਨੂੰ ਲੂਣ ਲਾ ਕੇ ਮੈਂ ਅੱਛੀ ਤਰ੍ਹਾਂ ਇਹਨਾਂ ਨੂੰ ਰੱਖਿਆ ਸੀ। ਅਤੇ ਮੈਂ ਮਲ ਮੁੱਲ ਲਿਆ, ਵੇਖੋ ਕਿੰਨਾ ਸਾਰਾ ਪਾਣੀ ਨਿਕਲਿਆ ਜੇ। ਇਹਨਾਂ ਨੂੰ ਮੈਂ ਧੋ ਕੇ ਟੋਕਰੀ 'ਚ ਪਾ ਲਵਾਂਗੀ। ਔਰ ਜਿਹੜੇ ਕਰੇਲੇ ਨੇ ਨਾ, ਇਹਨਾਂ ਨੂੰ ਧੋ ਧਾ ਕੇ ਟੋਕਰੀ 'ਚ ਪਾ ਲਏ ਨੇ। ਔਰ ਥੋੜ੍ਹੀ ਦੇਰ ਰੱਖੇ ਨੇ, ਖੁਸ਼ਕ ਹੋ ਗਏ ਨੇ। ਅਤੇ ਇਹ ਵੇਖੋ ਹੁਣ ਜ਼ਰਾ ਮੈਂ ਇੱਕ ਸਾਈਡ ਤੋਂ ਲਾ ਕੇ ਥੋੜ੍ਹਾ ਜਿਹਾ ਕਰੇਲਾ, ਅਤੇ ਇਹ ਕੋਈ ਛੁਰੀ ਘੁਮਾ ਕੇ ਇਹਦੇ ਅੰਦਰ, ਅਤੇ ਮੈਂ ਕੱਢਣ ਲੱਗੀ ਜੇ ਬੀਜ। ਅੱਜ ਜਿਹੜੇ ਤੁਹਾਨੂੰ ਮੈਂ ਕਰੇਲੇ ਬਣਾਉਣੇ ਸਿਖਾਣੇ ਨੇ ਜਨਾਬ, ਇਹਨਾਂ 'ਤੇ ਮੈਂ ਧਾਗਾ ਨਹੀਂ ਲਪੇਟਣਾ। ਅੱਜ ਧਾਗੇ ਤੋਂ ਬਗੈਰ ਹੀ ਦੇਖਣਾ ਤੁਸੀਂ ਕਿੱਡਾ ਫਸਟ ਕਲਾਸ ਤਰੀਕਾ ਹੋਣ ਵਾਲਾ ਹੈ। ਇਹ ਵੇਖੋ ਸਾਰਾ ਕਰੇਲਾ ਹੋ ਗਿਆ ਜੇ ਖਾਲੀ। ਇਸ ਤਰ੍ਹਾਂ ਕਰਕੇ ਇੱਕ ਹੋਰ ਤੁਹਾਨੂੰ ਮੈਂ ਕਰੇਲਾ ਵਿਖਾਉਂਦੀ ਹਾਂ। ਵੇਖੋ ਜ਼ਰਾ ਛੁਰੀ ਨੂੰ ਘੁਮਾਇਆ ਜਾਂ ਚਮਚ ਦੀ ਜਿਹੜੀ ਬੈਕ ਸਾਈਡ ਹੈ ਨਾ ਉਹਨੂੰ ਘੁਮਾਇਆ ਹੈ, ਅਤੇ ਵੇਖੋ ਸਾਰੇ ਬੀਜ ਜਿਹੜੇ ਆਰਾਮ ਨਾਲ ਨਿਕਲ ਗਏ ਨੇ। ਕਰੇਲਿਆਂ ਨੂੰ ਜਦੋਂ ਨਮਕ ਲਾ ਕੇ ਰੱਖਿਆ ਨਾ, ਯਾਨੀ ਕਿ ਲੂਣ ਲਾ ਕੇ ਰੱਖਿਆ, ਅਤੇ ਉਹਦੇ ਨਾਲ ਨਾ ਨਰਮ ਹੋ ਗਏ ਨੇ। ਔਰ ਬੀਜ ਵੀ ਆਸਾਨੀ ਨਾਲ ਨਿਕਲ ਗਏ ਨੇ। ਔਰ ਇੱਧਰ ਮੈਂ ਵੇਖੋ ਮੇਰੇ ਕੋਲ ਕੋਈ 1.5 ਪਾ ਕੀਮਾ ਜੇ, ਉਹਦੇ ਵਿੱਚ ਮੈਂ ਥੋਮ ਅਤੇ ਪਾਣੀ ਪਾ ਕੇ ਉਹਨੂੰ ਪੱਕਣ ਵਾਸਤੇ ਰੱਖਿਆ। 1 ਚਮਚ ਪਾਇਆ ਨਮਕ। ਉਹ ਕੀਮਾ ਜਿਹੜਾ ਗਲੇ ਗੁਲੇਗਾ ਉਨੀ ਦੇਰ ਤੱਕ ਅਸੀਂ ਇਹ 3 ਜਿਹੜੇ ਨੇ ਨਾ ਖਾਣੇ ਦੇ ਚਮਚ ਭਰ ਕੇ ਅਨਾਰਦਾਨਾ, ਔਰ 3 ਖਾਣੇ ਚਮਚ ਸੁੱਕਾ ਧਨੀਆ, ਇਹਨਾਂ ਨੂੰ ਕੁੱਟ ਲਾਂਗੇ। ਪਹਿਲੇ ਮੈਂ ਅਨਾਰਦਾਨਾ ਧੋ ਧਾ ਕੇ ਇਹਨੂੰ ਕੁੰਡੀ 'ਚ ਪਾਇਆ ਜੇ, ਅਤੇ ਕੁੱਟ ਲਿਆ ਜੇ। ਉਸ ਤੋਂ ਬਾਅਦ ਜਿਹੜਾ ਸੁੱਕਾ ਧਨੀਆ ਇਹਨੂੰ ਮੈਂ ਸਾਫ਼ ਸੁਫ ਕੀਤਾ, ਅਤੇ ਇਹਨੂੰ ਵੀ ਉਹਦੇ 'ਚ ਪਾ ਕੇ ਨਾ ਮੈਂ ਜ਼ਰਾ ਇਹਨੂੰ ਕੁੱਟ ਲਾਂਗੀ। ਬਸ ਦਾਦਰ ਸ਼ਾਦਰ ਕਰਨਾ, ਬਹੁਤ ਜ਼ਿਆਦਾ ਬਰੀਕ ਨਹੀਂ ਕਰਨਾ ਨਾ। ਔਰ ਇਹ ਵੇਖੋ ਜ਼ਰਾ ਜਨਾਬ ਦਾਦਰ ਦੁਦੜ ਹੋ ਗਿਆ ਅਨਾਰਦਾਨਾ ਵੀ ਅਤੇ ਸੁੱਕਾ ਧਨੀਆ ਵੀ। ਔਰ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਇਹ ਮਿਲ ਕੇ ਕਰੇਲਿਆਂ ਨੂੰ ਬਣਾਉਂਦੀਆਂ ਨੇ ਬੜਾ ਜ਼ਬਰਦਸਤ, ਬੜਾ ਮਜ਼ੇਦਾਰ। ਔਰ ਵੇਖੋ ਇੱਧਰ ਜਿਹੜਾ ਮੈਂ ਕੀਮਾ ਰੱਖਿਆ ਸੀ ਗਲਣ ਵਾਸਤੇ, ਉਹਦਾ ਪਾਣੀ ਖੁਸ਼ਕ ਹੋ ਗਿਆ। ਅਤੇ ਇਹਦੇ ਵਿੱਚ ਮੈਂ ਹੁਣ ਕੀ ਪਾਉਣ ਲੱਗੀ ਹਾਂ, ਹੁਣ ਇਹਦੇ 'ਚ ਮੈਂ ਪਾਵਾਂਗੀ, ਮੈਂ 1 ਕੱਪ ਚਨੇ ਦੀ ਦਾਲ ਜਿਹੜੀ ਭਿਉਂ ਕੇ 1 ਘੰਟਾ ਰੱਖੀ ਸੀ। ਉਸ ਤੋਂ ਬਾਅਦ ਮੈਂ ਉਹਨੂੰ 1 ਚਮਚ ਪਾ ਕੇ ਨਾ ਨਮਕ, ਅਤੇ 3 ਵੱਡੇ ਵੱਡੇ ਟਮਾਟਰ ਪਾ ਕੇ ਉਹਨੂੰ ਮੈਂ ਉਬਾਲ ਲਿਆ ਹੈ। ਉਹ ਜਨਾਬ ਦਾਲ ਜਿਹੜੀ ਉਬਲੀ ਉਹ ਮੈਂ ਕੀਮੇ ਦੇ ਵਿੱਚ ਸ਼ਾਮਿਲ ਕਰ ਦਿਆਂਗੀ। ਅੱਜ ਮੈਂ ਕਰੇਲੇ ਬਣਾ ਰਹੀ ਹਾਂ ਕੀਮਾ, ਦਾਲ ਔਰ ਪਿਆਜ਼, ਔਰ ਇਹ ਸਾਰੇ ਮਸਾਲੇ ਮਸੂਲੇ ਮਿਲਾ ਕੇ। ਜਿਹੜਾ ਸੁੱਕਾ ਮੈਂ ਬਰੀਕ ਬਰੀਕ ਕੱਟ ਲਿਆ ਜੇ, ਔਰ ਇਹਨਾਂ ਦੇ ਵਿੱਚ ਮੈਂ ਸ਼ਾਮਿਲ ਕਰ ਦਿੱਤਾ ਜੇ। ਔਰ ਉਸ ਤੋਂ ਬਾਅਦ ਮੈਂ ਜਿਹੜੇ ਨਾ 3-4 ਪਿਆਜ਼ ਲਿਆ ਸਨ ਨਾ, ਅਗਰ ਵੱਡੇ ਵੱਡੇ ਨੇ 3 ਹੀ ਕਾਫੀ ਨੇ, ਅਗਰ ਜਰਾ ਨਾਰਮਲ ਨੇ ਤਾਂ 4 ਅਦਦ ਲੈ ਲਓ। ਔਰ ਉਹਨਾਂ ਨੂੰ ਮੈਂ ਇਸ ਤਰ੍ਹਾਂ ਚਾਪਰ 'ਚ ਪਾ ਕੇ ਨਾ ਜਰਾ ਮੋਟਾ ਮੋਟਾ ਇਹਨਾਂ ਨੂੰ ਚਾਪ ਕਰ ਲਿਆ। ਔਰ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਤੇ ਇਸ ਤੋਂ ਬਾਅਦ ਵਿੱਚ ਮੈਂ ਪਾਵਾਂਗੀ ਹੁਣ ਲੂਣ ਮਿਰਚ। ਔਰ ਇਹ ਵੇਖੋ ਜ਼ਰਾ ਜੇ ਜ਼ੀਰਾ ਜੇ ਕੁੱਟਿਆ ਹੋਇਆ 1 ਖਾਣੇ ਦੇ ਚਮਚ ਭਰ ਕੇ, 1 ਚਾਹ ਦਾ ਚਮਚ ਮਿਰਚਾਂ, 1 ਚਾਹ ਦਾ ਚਮਚ ਜਿਹੜਾ ਹੈ ਨਾ ਨਮਕ, ਥੋੜ੍ਹਾ ਥੋੜ੍ਹਾ ਬਲਕਿ ਘੱਟ ਹੀ ਪਾਇਓ ਜੇ। ਅੱਧੀ ਚਾਹ ਦਾ ਚਮਚ ਜਿਹੜੀ ਹਲਦੀ, ਕਿਉਂਕਿ ਨਮਕ ਮੈਂ ਪਹਿਲੇ ਹੀ ਪਾਇਆ ਹੈ ਦਾਲ 'ਚ ਔਰ ਕੀਮੇ 'ਚ ਨਾ, ਇਸ ਵਾਸਤੇ ਅੱਧਾ ਚਾਹ ਦਾ ਚਮਚ ਜਿਹੜਾ ਹੈ ਨਾ ਉਹ ਤੁਸੀਂ ਨਮਕ ਦਾ ਪਾਉਣਾ ਹੈ, ਕਿਉਂਕਿ ਜ਼ਿਆਦਾ ਨਾ ਹੋ ਜਾਏ। ਮੇਰੇ ਖਿਆਲ ਮੈਂ ਵੀ ਸ਼ਾਇਦ ਅੱਧਾ ਹੀ ਪਾਇਆ ਸੀ, ਯਾਨੀ ਕਿ ਲੂਣ ਮਿਰਚ ਜਿਹੜੀ ਤੁਸੀਂ ਆਪਣੇ ਨਾ ਹਿਸਾਬ ਦੇ ਨਾਲ ਪਾਇਓ ਜੇ। ਔਰ ਉਸ ਤੋਂ ਬਾਅਦ ਇਹ ਸਭ ਕੁਛ ਮੈਂ ਹਿਲਾ ਕੇ ਅਤੇ ਇਹਨੂੰ ਜ਼ਰਾ ਕੁ ਢੱਕ ਦਿਆਂਗੀ, ਤਾਂ ਕਿ ਜਿਹੜਾ ਪਿਆਜ਼ ਦਾ ਜਿਹੜਾ ਪਾਣੀ ਨਿਕਲੇ ਉਹਦੇ ਨਾਲ ਸਭ ਕੁਛ ਮਿਕਸ ਮੁਕਸ ਹੋ ਜਾਏ, ਮਸਾਲੇ 'ਚ ਟੇਸਟ ਆ ਜਾਏ ਇੱਕ ਦੂਸਰੇ 'ਚ। ਔਰ ਵੇਖੋ ਜ਼ਰਾ ਕੁ ਮੈਂ ਹਾਂਡੀ ਰੱਖ ਕੇ ਨਾ, ਅਤੇ ਮੈਂ ਜ਼ਰਾ ਚਲੀ ਗਈ ਹਾਂ ਸਾਈਡ 'ਤੇ ਕਿਤੇ ਕੁਛ ਕਰਨ ਲੱਗ ਪਈ ਹਾਂ। ਔਰ ਮੈਂ ਸ਼ੁਕਰ ਅੱਲਾ ਦਾ ਮੇਰੀ ਹਾਂਡੀ ਬਚ ਗਈ, ਥੱਲੋਂ ਮਸਾਲਾ ਬਿਲਕੁਲ ਨਹੀਂ ਸੜਿਆ, ਸਾਈਡਾਂ ਥੋੜ੍ਹੀ ਥੋੜ੍ਹੀ ਜ਼ਰਾ ਕੁ ਜਲ ਗਈ। ਔਰ ਇਹਨੂੰ ਮੈਂ ਸ਼ਿਫਟ ਕਰ ਲਿਆ ਜੇ ਪਰਾਤ ਵਿੱਚ, ਛੋਟੀ ਸਾਰੀ ਪਰਾਤ ਵਿੱਚ ਮੈਨੂੰ ਪਾਇਆ ਜੇ, ਕਿਸੇ ਖੁੱਲ੍ਹੇ ਬਰਤਨ 'ਚ ਪਾ ਲਓ। ਔਰ ਜ਼ਰਾ ਕਿੰਨਾ ਨੂੰ ਹੁਣ ਮੈਂ ਠੰਡਿਆ ਕਰ ਲਿਆ। ਔਰ ਜਨਾਬ ਇਹ ਠੰਡਾ ਹੋ ਚੁੱਕਿਆ ਮਸਾਲਾ। ਹੁਣ ਮੈਂ ਇਹਨਾਂ ਨੂੰ ਕਰਾਂਗੀ ਕਰੇਲਿਆਂ ਨੂੰ ਫਿਲ। ਔਰ ਇਹ ਵੇਖੋ ਜ਼ਰਾ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਕਰੇਲਿਆਂ ਨੂੰ ਫਿਲ ਕਰਨ ਦਾ ਤਰੀਕਾ ਥੋੜ੍ਹਾ ਸਾਰਾ ਜ਼ਰਾ ਤੁਹਾਨੂੰ ਕੋਸ਼ਿਸ਼ ਦੇ ਨਾਲ ਇਹਦੇ 'ਚ ਮਸਾਲਾ ਜਿਹੜਾ ਨਾ ਸ਼ਾਮਿਲ ਕਰਨਾ ਪੈਣਾ ਹੈ, ਕਿਉਂਕਿ ਅਗਰ ਤੁਸੀਂ ਕੱਟ ਲਗਾ ਕੇ ਜਿਹੜਾ ਧਾਗਾ ਭਰਦੇ ਨਾ ਤਾਂ ਉਹ ਫਟਾਫਟ 1 ਮਿੰਟ 'ਚ ਮਸਾਲਾ ਜਿਹੜਾ ਨਾ 'ਚ ਭਰਿਆ ਜਾਂਦਾ ਹੈ। ਲੇਕਿਨ ਥੋੜ੍ਹੀ ਸਾਰੀ ਕੋਸ਼ਿਸ਼ ਕਰਨੀ ਪੈਣੀ। ਲੇਕਿਨ ਇਹ ਕਿ ਪਕਾਉਣੇ ਬੜੇ ਆਸਾਨੀ ਦੇ ਨਾਲ ਤੁਸੀਂ ਪਕਾ ਸਕਦੇ ਜੇ। ਜਿਹੜੇ ਧਾਗੇ ਵਿੱਚ ਅੜਦੇ ਨੇ ਜਾਂ ਜਿਹੜਾ ਖੁੱਲ੍ਹ ਖਲ ਜਾਂਦੇ ਨੇ ਨਾ, ਉਹ ਬਲਕਿ ਸਹੀ ਨਹੀਂ ਰਹਿੰਦਾ ਨਾ। ਅਤੇ ਇਸ ਵਾਸਤੇ ਤੁਸੀਂ ਹੱਥ ਵੀ ਇਸਤੇਮਾਲ ਕਰ ਸਕਦੇ ਜੇ। ਔਰ ਜਿਹੜਾ ਸਪੂਨ ਜਿਹੜਾ ਕੋਈ ਚਾਏ ਵਾਲਾ ਛੋਟਾ ਚਮਚ ਇਹਦੀ ਬੈਕ ਸਾਈਡ ਦੇ ਨਾਲ ਵੀ ਜ਼ਰਾ ਕੁ ਨਾ ਉਹਨੂੰ ਥੋੜ੍ਹਾ ਸਾ ਦਬਾ ਸਕਦੇ ਜੇ। ਔਰ ਬਸ ਕੋਈ ਇੱਡਾ ਮਸਲਾ ਵੀ ਨਹੀਂ, ਬਸ ਤੁਸੀਂ ਕੋਸ਼ਿਸ਼ ਕਰੋ ਥੋੜ੍ਹੀ ਸਾਰੀ
करेला तुहाडा फटाफट फिल हो जाना है। और वेखो जनाब असी एक करेला भर लिया जे। और ए वेखो इनू हुण असी रखांगे साइड ते। ए वेखो कोई कट नहीं, कोई धागा लपेटने की जरूरत नहीं। इस टाइम मैं सारे करेले जिहड़े ने वारो वारी भर लवांगी। और जिहड़ा बाकी है मसाला बचिया है ना, ए कोई करेला रह गया जे, ਇਹਦੇ ਵਿੱਚ ਬੀ ਕੱਢਣ ਵਾਲੇ ਨੇ। ਤੁਹਾਨੂੰ ਦੁਬਾਰਾ ਬੀ ਕੱਢਣ ਦਾ ਤਰੀਕਾ ਦੱਸਣੀ ਹੈ। ਥੋੜਾ ਸਾਰਾ ਕੋਈ ਕੱਟ ਲਾ ਕੇ ਥੋੜਾ ਜਿਹਾ ਕਰੇਲਾ ਜਿਹੜਾ ਉਤਾਰ ਲਵੋ ਔਰ ਉਹ ਟਰੀ ਦੇ ਨਾਲ ਕੱਢੋ। ਇਹ ਬੀਜ ਜਿਹੜੇ ਨੇ ਜ਼ਰਾ ਘੁਮਾ ਕੇ ਤੇ ਬੜੇ ਅੱਛੇ ਤਰੀਕੇ ਦੇ ਨਾਲ ਬੀਜ ਨਿਕਲ ਜਾਂਦੇ ਨੇ, ਕੋਈ ਮਸਲਾ ਹੀ ਨਹੀਂ। ਇਹ ਵੇਖੋ ਜ਼ਰਾ, ਬਸ ਥੋੜੀ ਸਾਰੀ ਪ੍ਰੈਕਟਿਸ ਹੋ ਜਾਂਦੀ ਹੈ ਔਰ ਇਹ ਸਾਰੇ ਬੀਜ ਨਿਕਲ ਆਏ ਨੇ। ਔਰ ਬਲਕਿ ਜਦੋਂ ਕਰੇਲਿਆਂ ਤੁਸੀਂ ਲੂਣ ਲਾ ਕੇ ਰੱਖਦੇ ਜੇ ਨਾ, 1 ਘੰਟੇ ਵਾਸਤੇ ਰੱਖਿਆ ਸੀ ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਧੋਤਾ, ਉਹਦੇ ਨਾਲ ਥੋੜ੍ਹਾ ਜਿਹਾ ਨਾ ਕਰੇਲੇ ਜ਼ਰਾ ਸੌਫਟ ਹੋ ਗਏ ਨੇ, ਨਰਮ ਹੋ ਗਏ ਨੇ। ਔਰ ਇਹ ਬੀਜ ਕੱਢਣ ਲੱਗਿਆ ਨਾ ਆਸਾਨੀ ਦੇ ਨਾਲ ਨਿਕਲ ਆਏ ਨੇ ਨਾ, ਕੋਈ ਸਖਤ ਕਰੇਲੇ ਨਹੀਂ ਰਹੇ ਨਾ। ਔਰ ਦੇਖੋ ਜੀ ਇਹ ਸਾਰੇ ਬੀਜ ਵਿੱਚੋਂ ਸਭ ਕੱਢ ਲਏ ਨੇ। ਇਹਨੂੰ ਝਾੜ ਝੂੜ ਲਿਆ ਜੇ, ਤੈਨੂੰ ਦੁਬਾਰਾ ਵਿਖਾ ਦਿੰਦੇ ਆ। ਇਹ ਵੇਖੋ ਜੀ ਜਨਾਬ, ਇਹ ਕਰੇਲਾ ਬਿਲਕੁਲ ਖਾਲੀ ਹੈ, ਇਹਨੂੰ ਅਸੀਂ ਹੁਣ ਭਰਨਾ ਹੈ। ਔਰ ਵੇਖੋ ਅਸੀਂ ਮਸਾਲਾ ਫਿਰ ਇਹਦੇ 'ਚ ਪਾਉਣ ਲੱਗੇ ਹਾਂ। ਥੋੜਾ ਸਾਰਾ ਇੱਕ ਸਾਈਡ 'ਤੇ ਲੱਗ ਗਿਆ ਕੱਟ, ਕੋਈ ਗੱਲ ਨਹੀਂ ਨਾ, ਅਗਰ ਥੋੜ੍ਹਾ ਕੱਟ ਵੀ ਲੱਗ ਗਿਆ ਇਹਦੇ 'ਚ ਕੋਈ ਮਸਾਲਾ ਬਾਹਰ ਨਹੀਂ ਨਿਕਲੇਗਾ। ਬੜੇ ਅੱਛੇ ਸਾਰੇ ਫਰਾਈ ਹੋਣਗੇ ਇਨਸ਼ਾਅੱਲਾ। ਨਹੀਂ ਤਾਂ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਰੇਲਾ ਜ਼ਰਾ ਵੀ ਧਾਗਾ ਜ਼ਰਾ ਨਰਮ ਰਹਿ ਜਾਏ ਨਾ ਜਾਂ ਜ਼ਰਾ ਖੁੱਲ੍ਹਾ ਰਹਿ ਜਾਏ ਤਾਂ ਮਸਾਲਾ ਜਿਹੜਾ ਹੈ ਨਾ, ਉਹ ਜਿਹੜਾ ਤੁਸੀਂ ਆਇਲ ਜਿਹਦੇ ਵਿੱਚ ਤੁਸੀਂ ਫਰਾਈ ਕਰ ਰਹੇ ਹੁੰਦੇ ਜਿਹਨੂੰ ਖ਼ਰਾਬ ਕਰਦਾ ਹੈ। ਇਹ ਕਰੇਲੇ ਜਿਹੜੇ ਨੇ ਤੁਹਾਨੂੰ ਫਰਾਈ ਕਰਨੇ ਬੜੇ ਆਸਾਨ ਨੇ ਇਨਸ਼ਾਅੱਲਾ। ਔਰ ਅੱਗੇ ਜਾ ਕੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣੀ ਆ ਕਿ ਮੈਂ ਕਰੇਲੇ ਬਣਾ ਕਿਸ ਤਰ੍ਹਾਂ ਰਹੀ ਹਾਂ, ਕਿਸ ਸਾਇਲ ਵਿੱਚ ਬਣਾ ਰਹੀ ਹਾਂ ਔਰ ਕਿਸ ਭਾਂਡੇ ਵਿੱਚ ਬਣਾ ਰਹੀ ਹਾਂ। ਇਹ ਵੀ ਜਨਾਬ ਤੁਹਾਨੂੰ ਥੋੜ੍ਹਾ ਸਾਰਾ ਬਸ ਇੰਤਜ਼ਾਰ ਕਰੋ, ਤੁਹਾਨੂੰ ਦੱਸਣੀ ਆ। ਸਾਰੇ ਕਰੇਲੇ ਮੈਂ ਲੈ ਜੇ ਭਰ ਲਓ ਜਨਾਬ। ਅਤੇ ਹੁਣ ਅਸੀਂ ਇਹ ਆਪਣੀ ਲਈ ਜੇ ਮਿੱਟੀ ਦੀ ਕੜਾਈ, ਔਰ ਕੜਾਈ ਵਿੱਚ ਜਨਾਬ ਅਸੀਂ ਅੱਜ ਕਰੇਲੇ ਜਿਹੜੇ ਨੇ ਫੜਕਾਣੇ ਨੇ। ਔਰ ਮਾਸ਼ਾਅੱਲਾ ਬੜੀ ਖੂਬਸੂਰਤ ਕੜਾਈ ਹੈ ਔਰ ਮੈਂ ਕਾਫੀ ਦੇਰ ਦੀ ਲਿਆਂਦੀ ਹੋਈ ਹੈ। ਕਦੀ ਕਦੀ ਇਹਦੇ 'ਚ ਖਾਣਾ ਬਣਾਉਂਦੀ ਹੁੰਦੀ ਹਾਂ ਜਦੋਂ ਮੈਨੂੰ ਦਿਲ ਕਰਦਾ ਨਾ ਕੋਈ ਇਸ ਤਰ੍ਹਾਂ ਚੀਜ਼ ਬਣਾਉਣ 'ਤੇ। ਔਰ ਵੇਖੋ ਇਹ ਸਾਰੇ ਜਿਹੜੇ ਕਰੇਲੇ ਨੇ ਮੈਂ ਇਸ ਤਰ੍ਹਾਂ ਇਹਦੇ ਵਿੱਚ ਕਰਕੇ ਨਾ ਰੱਖ ਦਿੱਤੇ, ਜੋੜ ਦਿੱਤੇ ਨੇ। ਔਰ ਨਾਲ ਸਾਰੇ ਕਰੇਲੇ ਰੱਖੇ ਗਏ ਨੇ ਮਾਸ਼ਾਅੱਲਾ ਮਾਸ਼ਾਅੱਲਾ। ਔਰ ਦੇਖੋ ਕਿੱਡੇ ਸੋਹਣੇ ਲੱਗਦੇ ਪਏ ਨੇ। ਕੜਾਈ ਭਰ ਗਈ, ਕੜਾਈ ਭਰ ਗਈ ਹੈ। ਇਹ ਮੇਰੇ ਕੋਲ 1.5 ਕਿਲੋ ਕਰੇਲੇ ਸਨ। ਔਰ ਇਹ ਵੇਖੋ ਜੀ, ਇਹ ਜੇ ਸਰੋਂ ਦਾ ਤੇਲ, ਇਹ ਕੱਲ੍ਹ ਮੈਂ ਮੰਗਵਾਇਆ ਸੀ ਜੇ, ਆਪਣੀ ਤੇਲ ਵਾਲੀ ਬੋਤਲ 'ਚ ਪਾਇਆ ਅਤੇ ਕੁਛ ਮੈਂ ਇਸ ਬਰਤਨ ਵਿੱਚ ਪਾ ਲਿਆ। ਮੈਂ ਕੱਲ੍ਹ ਨੂੰ ਕਰੇਲੇ ਬਣਾਉਣੇ ਨੇ। ਜਦੋਂ ਛੋਟੇ ਦੇ ਸਨ ਸਾਡੀਆਂ ਅੰਮੀਆਂ ਇਹ ਜਿਹੜਾ ਸਰੋਂ ਦਾ ਤੇਲ ਵਿੱਚ ਕਰੇਲੇ ਬਣਾਉਂਦੀਆਂ ਸਨ। ਇਹ ਉੱਤੋਂ ਦੀ ਥੋੜ੍ਹਾ ਛਿੜਕਦਿਆਂ ਆਇਆ ਨਾ ਕਰੇਲਿਆਂ ਉੱਤੇ ਤੇਲ ਜਿਹੜਾ ਹੈ, ਅਤੇ ਅਸਾਂ ਕੜਾਹੀ 'ਚ ਪਾਉਣਾ ਹੈ। ਪਹਿਲੇ ਕੜਾਹੀ 'ਚ ਤੇਲ ਪਾ ਕੇ ਬਾਅਦ 'ਚ ਕਰੇਲੇ ਮੈਂ ਨਹੀਂ ਰੱਖੇ, ਮੈਂ ਉੱਤੋਂ ਦੀ ਤੇਲ ਪਾਇਆ ਤਾਂ ਕਿ ਸਾਰੇ ਕਰੇਲਿਆਂ ਨੂੰ ਸਹੀ ਤਰ੍ਹਾਂ ਲੱਗ ਜਾਏ ਅਤੇ ਉਹ ਜ਼ਿਆਦਾ ਬੈਸਟ ਰਹੇਗਾ ਨਾ, ਜ਼ਿਆਦਾ ਸਹੀ ਰਹੇਗਾ। ਉੱਤੇ ਦੇ ਦਿੱਤਾ ਜਨਾਬ ਅਸੀਂ ਢੱਕਣ। ਤਾਂ ਹੁਣ ਅਸੀਂ ਇਹ ਬਿਸਮਿਲ੍ਲਾ ਪੜ੍ਹ ਕੇ ਇਹਨੂੰ ਰੱਖਾਂਗੇ ਚੁੱਲ੍ਹੇ 'ਤੇ। ਔਰ ਚੁੱਲ੍ਹੇ ਦੀ ਜਿਹੜੀ ਨਾ ਅੱਗ ਹੈ ਨਾ ਜੀ, ਆਂਚ ਉਹ ਮੈਂ ਕੀਤੀ ਹੈ ਤੇਜ਼। ਉਹ ਤੇਜ਼ ਆਂਚ 'ਤੇ ਇਹਨੂੰ ਤਕਰੀਬਨ ਮੈਂ ਕੋਈ 6-7 ਮਿੰਟ ਤੱਕ ਪਕਾਵਾਂਗੀ, ਕਿਉਂਕਿ ਇਹਨੇ ਕੜਾਹੀ ਨੇ ਥੋੜ੍ਹਾ ਗਰਮ ਹੁੰਦਿਆਂ ਟਾਈਮ ਲੈਣਾ ਹੈ। ਅਤੇ ਜਦੋਂ ਜ਼ਰਾ ਗਰਮ ਹੋ ਜਾਏਗੀ ਫਿਰ ਮੈਂ ਇਹਨੂੰ ਰੱਖਾਂਗੀ ਸਲੋ, ਹਲਕੀ ਆਂਚ 'ਤੇ। ਕੜਾਹੀ ਗਰਮ ਹੋ ਗਈ ਹੈ, ਵੇਖੋ ਮੈਂ ਆਂਚ ਕਰ ਦਿੱਤੀ ਹਲਕੀ। ਔਰ ਉਨੀ ਦੇਰ ਵਿੱਚ ਇਹ ਇੱਕ ਤੁਹਾਨੂੰ ਢੱਕਣ ਲਾ ਕੇ ਵਿਖਾਉਂਦੀ ਹਾਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਦੇਖੋ ਜ਼ਰਾ ਜਿਹੜਾ ਸਰੋਂ ਦਾ ਤੇਲ ਹੈ ਨਾ, ਇਹਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਬਸ ਹੁਣ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਪੱਕਣ ਵਾਲਾ। ਹੁਣ ਆਹਿਸਤਾ ਆਹਿਸਤਾ ਪੱਕਣਗੇ ਔਰ ਇਹਨੂੰ ਤਕਰੀਬਨ ਕੋਈ 10 ਕੁ ਮਿੰਟ ਬਾਅਦ ਮੈਂ ਦੁਬਾਰਾ ਵੇਖਾਂਗੀ। ਬਿਲਕੁਲ ਸਲੋ ਮੈਂ ਕਰ ਦਿੱਤਾ ਹੈ, ਆਹਿਸਤਾ ਆਹਿਸਤਾ ਪੱਕਣਗੇ, ਆਹਿਸਤਾ ਆਹਿਸਤਾ ਹਲਕੀ ਅੱਗ ਦੇ ਉੱਤੇ ਨਾ। ਅਤੇ ਕੋਈ 10 ਮਿੰਟ ਬਾਅਦ ਦੇਖੋ ਹੁਣ ਮੈਂ ਜ਼ਰਾ ਕਿਤੇ ਨਾ ਸਾਈਡ ਪਰ ਤਾਣ ਲੱਗੀ ਹਾਂ। ਉਹ ਜਿਹੜੇ ਵਿਚਾਰੇ ਥੱਲੇ ਵਾਲੇ ਸਨ ਅਤੇ ਥੋੜ੍ਹਾ ਜਿਹਾ ਨਾ ਜ਼ਰਾ ਥੋੜ੍ਹਾ ਸਾਰਾ ਇਹਦਾ ਗਹਿਰਾ ਕਲਰ ਹੋ ਗਿਆ, ਥੋੜ੍ਹਾ ਸਾਰਾ ਡਾਰਕ ਕਲਰ ਹੋ ਗਿਆ, ਲੇਕਿਨ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹਨਾਂ ਨੂੰ ਇਨਸ਼ਾਅੱਲਾ ਥੋੜ੍ਹਾ ਥੋੜ੍ਹਾ ਕਰਕੇ ਨਾ ਇਹਨਾਂ ਸਾਈਡ ਚੇਂਜ ਕਰਨੀ ਹੈ। ਔਰ ਜਿਹੜੇ ਜ਼ਰਾ ਪੱਕ ਗਏ ਨੇ ਇੱਕ ਸਾਈਡ ਤੋਂ, ਉਹ ਸਾਈਡ ਪਲਟਾ ਦਿੰਦੀ ਹਾਂ। ਕੋਈ 10 ਮਿੰਟ ਬਾਅਦ ਨਾ, ਬਹੁਤ ਆਹਿਸਤਾ ਆਂਚ 'ਤੇ ਪਕਾ ਰਹੀ ਹੈ ਨਾ, ਫਿਰ 10 ਮਿੰਟ ਬਾਅਦ ਦੁਬਾਰਾ ਮੈਂ ਇਹਨਾਂ ਨੂੰ ਸਾਈਡ 'ਤੇ ਕਰਕੇ ਨਾ ਜਿਹੜੇ ਸਾਈਡ ਵਾਲੇ ਉਹ ਦਰਮਿਆਨ ਵਿੱਚ ਕਰ ਦਿਆਂਗੀ। ਉਹ ਵੈਸੇ ਵੇਖਣ ਵਿੱਚ ਲੱਗ ਰਿਹਾ ਨੇ ਜ਼ਰਾ ਡਾਰਕ ਕਲਰ ਦੇ, ਲੇਕਿਨ ਇਹ ਕਿ ਬਹੁਤ ਹੀ ਮਜ਼ੇਦਾਰ ਕਰੇਲੇ ਬਣੇ ਸਨ, ਬਿਲਕੁਲ ਜਲੇ ਜੁਲੇ ਨਹੀਂ ਸਨ। ਅਤੇ ਕਿਉਂਕਿ ਅਗਰ ਸਬਜ਼ ਹੋਣਗੇ ਨਾ ਤਾਂ ਉਹਨਾਂ ਦਾ ਐਡਾ ਮਜ਼ਾ ਨਹੀਂ ਆਉਂਦਾ। ਅਤੇ ਪੰਜਾਬ ਵਿੱਚ ਕਿੰਨੇ ਸੋਹਣੇ ਲੱਗਦੇ ਪਏ ਨੇ ਕਰੇਲੇ ਪੱਕਦੇ ਹੋਏ। ਔਰ ਇਹਦੇ ਨਾਲ ਹੋਣ ਤੰਦੂਰ ਦੀਆਂ ਰੋਟੀਆਂ, ਬੜਾ ਹੀ ਮਜ਼ਾ ਆਉਂਦਾ ਹੈ। ਔਰ ਮੈਂ ਤੁਹਾਨੂੰ ਦੱਸਾਂ, ਮੈਂ ਇਹਦੇ ਨਾਲ ਤੰਦੂਰ ਦੀ ਰੋਟੀ ਖਾਧੀ ਸੀ, ਔਰ ਖਾਧੀ ਸੀ ਖੁਦ ਹੀ ਬਣਾ ਕੇ ਨਾ, ਤਵੇ 'ਤੇ ਬਣਾ ਕੇ ਤੰਦੂਰ ਦੀ ਰੋਟੀ ਮੈਂ ਇਹਦੇ ਨਾਲ ਉਹ ਖਾਈ ਸੀ। ਔਰ ਇਨਸ਼ਾਅੱਲਾ ਮੈਂ ਤੁਹਾਨੂੰ ਨੈਕਸਟ ਜਿਹੜਾ ਹੈ ਨਾ ਤੰਦੂਰ ਦੀ ਰੋਟੀ ਤਵੇ 'ਤੇ ਪਕਾਉਣ ਦਾ ਤਰੀਕਾ ਦੱਸਾਂਗੀ। ਔਰ ਯਕੀਨ ਕਰੋ ਐਡਾ ਮਜ਼ਾ ਆਉਂਦਾ ਜੇ, ਐਡਾ ਸਵਾਦ ਆਉਂਦਾ ਜਿਹਨੇ ਕਰੇਲਿਆਂ ਦੇ ਨਾਲ ਤੰਦੂਰ ਦੀ ਰੋਟੀ ਦਾ। ਔਰ ਨਾਲ ਜਨਾਬ ਬਣਾਓ ਲੱਸੀ, ਜਿਸ ਤਰ੍ਹਾਂ ਗਰਮੀ ਹੈ, ਕੱਚੀ ਲੱਸੀ ਬਣਾ ਲਓ, ਦਹੀਂ ਦੀ ਬਣਾ ਲਓ, ਨਮਕੀਨ ਲੱਸੀ, ਬੜਾ ਮਜ਼ਾ ਆਉਂਦਾ ਹੈ। ਕਰੇਲੇ ਸਾਡੇ ਪੱਕ ਗਏ ਨੇ, ਤਿਆਰ ਹੋ ਗਏ ਨੇ। ਇਹ ਹੁਣ ਮੈਂ ਇੱਕ ਹੋਰ ਬਰਤਨ ਲਿਆ ਜੇ,
ਨਾਨ ਸਟਿਕ ਦਾ ਪੈਨ ਮੈਂ ਲੈ ਲਿਆ ਜੇ। ਮੈਂ ਇਹਦੇ 'ਚ ਨਾ ਹੁਣ ਜਿਹੜੇ ਛਿਲਕੇ ਸਨ ਨਾ ਇਹਨਾਂ ਨੂੰ ਕਰਾਂਗੀ ਫਰਾਈ। ਜਿਹੜੇ ਛਿਲਕੇ ਧੋ ਕੇ ਰੱਖੇ ਸਨ ਇਹਨਾਂ ਨੂੰ ਜ਼ਾਇਆ ਨਹੀਂ ਕਰਨਾ। ਤੁਹਾਨੂੰ ਮੈਂ ਇਸ ਤੋਂ ਬਾਅਦ ਨੈਕਸਟ ਜਿਹੜੀ ਕੋਈ ਰੈਸਪੀ ਦੇਵਾਂਗੀ ਨਾ ਉਹਦੇ 'ਚ ਇਹ ਵੀ ਦੱਸਾਂਗੀ ਕਿ ਇਹਦੇ 'ਚ ਤੁਸੀਂ ਦਾਲ ਪਾ ਕੇ ਪਕਾ ਸਕਦੇ ਇਨਸ਼ਾਅੱਲਾ, ਉਹ ਵੀ ਦੱਸਾਂਗੀ। ਹੋਰ ਵੀ ਕੁਝ ਬਣ ਸਕਦਾ ਲੇਕਿਨ ਉਹ ਕਰੇਲੇ ਫਰਾਈ ਕਰਕੇ ਜਿਹੜੇ ਛਿਲਕੇ ਸਨ ਉਹਨਾਂ 'ਚ ਹੁਣ ਮੈਂ ਪਾਤੇ ਜੇ 2 ਕੱਟੇ ਸਨ ਮੈਂ ਪਿਆਜ਼ ਉਹ ਇਹਦੇ 'ਚ ਪਾਏ ਨੇ। ਉਹਨਾਂ ਜ਼ਰਾ ਕੱਚਾ ਸਾ ਹਿਲਾ ਕੇ ਥੋੜ੍ਹਾ ਸਾ ਹਲਕਾ ਸਾਰਾ ਜਦੋਂ ਸੌਫਟ ਹੋ ਜਾਣ, ਨਰਮ ਹੋ ਜਾਣ ਇਹ ਜਿਹੜੇ ਪਿਆਜ਼ ਨੇ, ਅਤੇ ਇਹਦੇ ਵਿੱਚ ਮੈਂ ਫਿਰ ਪਾਵਾਂਗੀ ਟਮਾਟਰ, ਔਰ ਟਮਾਟਰ ਪਾਉਣ ਤੋਂ ਬਾਅਦ ਪਾਵਾਂਗੀ ਨਮਕ ਮਿਰਚ, ਔਰ ਇਹ ਬੜਾ ਮਜ਼ੇਦਾਰ ਜਿਹੜਾ ਮਸਾਲਾ ਹੈ ਨਾ ਤਿਆਰ ਹੋ ਜਾਣਾ। ਇਹ ਵੇਖੋ ਜਨਾਬ 2 ਟਮਾਟਰ ਜਿਹੜੇ ਨੇ ਮੈਂ ਕੱਟ ਕੇ 'ਚ ਪਾ ਦਿੱਤੇ ਨੇ। 2 ਸਬਜ਼ ਮਿਰਚਾਂ ਵੀ ਕੱਟ ਕੇ ਬਰੀਕ ਬਰੀਕ ਪਾ ਦਿੱਤੀਆਂ ਨੇ, ਬਰੀਕ ਕੱਟ ਲਓ ਮੋਟੀਆਂ ਕੱਟ ਲਓ। ਵੇਖੋ ਕਿੰਨੀਆਂ ਸੋਹਣੀਆਂ ਵੀ ਲੱਗਦੀਆਂ ਨੇ, ਕਲਰਫੁਲ ਜਿਹਾ ਮਸਾਲਾ ਸਾਡਾ ਨਾ। ਔਰ ਇਸ ਤੋਂ ਬਾਅਦ ਇਹਦੇ 'ਚ ਮੈਂ ਥੋੜ੍ਹੀਆਂ ਥੋੜ੍ਹੀਆਂ ਨਮਕ ਮਿਰਚਾਂ ਵੀ ਪਾਵਾਂਗੀ ਕਿਉਂਕਿ ਇਹਦਾ ਮਸਾਲੇ 'ਚ ਸਪਾਈਸਿਸ ਠੀਕ ਹੋ ਜਾਣ ਨਾ। ਔਰ ਇਸ ਤੋਂ ਬਾਅਦ ਫਿਰ ਜਿਹੜਾ ਮੇਰੇ ਕੋਲ ਬਚਿਆ ਹੈ ਮਟੀਰੀਅਲ ਜਿਹਦੇ ਨਾਲ ਮੈਂ ਭਰੇ ਨੇ ਕਰੇਲੇ, ਦਾਲ, ਕੀਮਾ ਔਰ ਨਮਕ ਮਿਰਚਾਂ ਇਹਦੇ 'ਚ ਪਈਆਂ ਹੋਈਆਂ ਸਨ, ਅਨਾਰਦਾਨਾ ਸੁੱਕਾ ਧਨੀਆ ਵੀ ਪਿਆ ਹੋਇਆ ਸੀ। ਇਹਨਾਂ ਵਿੱਚ ਪਾ ਕੇ ਅਤੇ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਜਨਾਬ ਹਿਲਾ ਹਲੂ ਕੇ ਅਤੇ ਇਹਨਾਂ ਨੂੰ ਥੋੜ੍ਹੀ ਦੇਰ ਵਾਸਤੇ ਢੱਕ ਦਿਆਂਗੀ ਤਾਂ ਕਿ ਜਿਹੜੇ ਗੰਢੇ ਛੰਡੇ ਨੇ ਨਾ ਉਹਦੀ ਮੈਂ ਪਿਆਜ਼ ਕਰਦੀ ਪਈ ਸਾਂ। ਪੰਜਾਬੀ 'ਚ ਅੱਜ ਮੇਰੀ ਵਾਇਸ 'ਚ ਮੈਂ ਪਿਆਜ਼ ਨੂੰ ਗੰਢਾ ਹੀ ਕਹਿਣਾ ਸੀ, ਸੋਰੀ ਜਨਾਬ। ਚਲੋ ਪ੍ਰੈਕਟਿਸ ਕਰਾਂਗੇ। ਉਹ ਮਸਾਲਾ ਜਿਹੜਾ ਸਾਡਾ ਹੋ ਜਾਏਗਾ ਉਹ ਨਰਮ। ਇਹ ਵੇਖੋ ਜ਼ਰਾ ਢੱਕਣ ਦੇ ਕੇ ਪਕਾਇਆ ਜੇ। ਔਰ ਇੱਧਰ ਦੇਖੋ ਮਾਸ਼ਾਅੱਲਾ ਬੜੇ ਸੋਹਣੇ ਕਰੇਲੇ, ਬੜੇ ਮਜ਼ੇਦਾਰ ਕਰੇਲੇ ਮੇਰੇ ਤਿਆਰ ਸਨ। ਉਹਨਾਂ ਨੂੰ ਫਿਰ ਮੈਂ ਇਸ ਪੈਨ ਵਿੱਚ ਰੱਖਿਆ ਜੇ, ਲੇਕਿਨ ਉਸ ਤੋਂ ਪਹਿਲਾਂ ਇਹਦੇ 'ਚ ਪਾਇਆ ਜੇ ਸੁੱਕਾ ਧਨੀਆ ਨਾ, ਕਿਉਂਕਿ ਸੁੱਕੇ ਧਨੀਆ ਦਾ ਟੇਸਟ ਇਹੋ ਜਿਹੀਆਂ ਚੀਜ਼ਾਂ 'ਚ ਬੜਾ ਅੱਛਾ ਆਉਂਦਾ ਹੈ। ਪਹਿਲੇ ਮੈਂ ਕੁੱਟ ਕੇ ਵੀ ਪਾਇਆ ਸੀ ਅਨਾਰਦਾਨਾ ਔਰ ਸੁੱਕਾ ਧਨੀਆ, ਇਸ ਜਿਹੜਾ ਮਟੀਰੀਅਲ ਬਣਾਇਆ ਸੀ ਨਾ ਭਰਨ ਵਾਸਤੇ ਉਹਦੇ ਵਿੱਚ ਨਾ। ਹੁਣ ਮੈਂ ਸਾਰੇ ਕਰੇਲੇ ਚੁੱਕ ਕੇ ਜਨਾਬ ਇਹ ਮਸਾਲੇ ਦੇ ਉੱਤੇ ਰੱਖ ਦਿਆਂਗੀ। ਮਾਸ਼ਾਅੱਲਾ ਮਾਸ਼ਾਅੱਲਾ। ਔਰ ਮਜ਼ੇਦਾਰ ਜੇ ਸਾਡੇ ਕਰੇਲੇ ਹੋ ਗਏ ਜੇ ਤਿਆਰ। ਨਾਲ ਲਿਆਓ ਤੰਦੂਰ ਦੀਆਂ ਰੋਟੀਆਂ, ਤਵੇ ਦੀਆਂ ਪਕਾਓ, ਜੋ ਤੁਹਾਡਾ ਦਿਲ ਕਰਦਾ ਜਨਾਬ, ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ। ਔਰ ਨਾਲ ਬਣਾਓ ਲੱਸੀ, ਔਰ ਨਾਲ ਕੱਟੋ ਜ਼ਿਆਦਾ ਸਾਰਾ ਸਲਾਦ, ਔਰ ਬਹੁਤ ਹੀ ਮਜ਼ੇਦਾਰ ਕਰੇਲੇ ਤਿਆਰ ਨੇ। ਉਮੀਦ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਹੋਏਗੀ। ਅਗਰ ਵੀਡੀਓ ਪਸੰਦ ਹੈ ਤਾਂ ਪਲੀਜ਼ ਲਾਈਕ ਕਰ ਦਿਓ, ਚੈਨਲ 'ਤੇ ਨਵੇਂ ਜੇ ਤਾਂ ਸਬਸਕ੍ਰਾਈਬ ਕਰ ਦਿਓ। ਓਕੇ ਜੀ, ਅੱਲਾ ਹਾਫਿਜ਼। ਔਰ ਜਾਂਦੇ ਜਾਂਦੇ ਨਾਲ ਇੱਕ ਹੋਰ ਗੱਲ ਕਿ ਨਾਲ ਘੰਟੀ ਨੂੰ ਦਬਾ ਦਿਓ ਪਲੀਜ਼, ਬੈਲ ਨੂੰ ਵੀ ਦਬਾ ਦਿਓ, ਪ੍ਰੈਸ ਕਰ ਦਿਓ ਤਾਂ ਕਿ ਮੇਰੀਆਂ ਸਾਰੀਆਂ ਵੀਡੀਓ ਜਿਹੜੀਆਂ ਆਉਂਦੀਆਂ ਨੇ ਨਾ ਤੁਹਾਨੂੰ ਵੀ ਮਿਲ ਜਾਣ ਨਾ, ਆਪਣੇ ਆਪ ਆ ਜਾਣਗੇ ਨੋਟੀਫਿਕੇਸ਼ਨ ਉਹਦੇ। ਸ਼ੁਕਰੀਆ ਜਨਾਬ, ਥੈਂਕਸ ਫਾਰ ਵਾਚਿੰਗ।